ਦੇ ਉੱਤੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ PAS ਦਾ ਇੱਕ ਟੈਸਟ ਹੋਣਾ। ਮੈਂ ਇੱਥੇ ਤੁਹਾਨੂੰ ਇਹ ਨਹੀਂ ਦੱਸਣਾ ਕਿ ਇਸ ਟੈਸਟ ਦੇ ਵਿੱਚ ਕਿਵੇਂ ਹੋਊ, ਕਿੱਥੋਂ ਸਿਲੇਬਸ ਆਊਗਾ, ਕੀ ਗੱਲਬਾਤ ਆ, ਕਿਉਂਕਿ ਉਹ ਸਾਰਿਆਂ ਨੂੰ ਲਗਭਗ ਪਤਾ ਹੀ ਆ। ਮੈਂ ਸਿਰਫ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਇਹ ਦੱਸਣ ਜਾ ਰਿਹਾ ਇਸ ਕੁਇਜ਼ ਦੀ ਤਿਆਰੀ ਕਿਵੇਂ ਕਰੀਏ ਤੇ ਇਸ ਦੇ ਵਿੱਚੋਂ ਵਧੀਆ ਨੰਬਰ ਕਿਵੇਂ ਲਏ ਜਾਣ। ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਕੁਇਜ਼ ਦੇ ਵਿੱਚ 3 ਟਾਈਪ ਦੇ ਕੁਐਸਚਨ ਆਉਣੇ ਨੇਗੇ, ਰਿਮੈਂਬਰਿੰਗ, ਅੰਡਰਸਟੈਂਡਿੰਗ ਤੇ ਅਪਲਾਈਡ। ਹੁਣ ਇਹ ਤਿੰਨੇ ਕੀ ਹੁੰਦੇ ਨੇ ਇਹਨਾਂ ਦੇ ਬਾਰੇ ਤੁਹਾਨੂੰ ਟੀਚਰਸ ਨੇ ਚੰਗੀ ਤਰ੍ਹਾਂ ਦੱਸ ਦਿੱਤਾ ਹੋਊਗਾ, ਪਰ ਫਿਰ ਵੀ ਮੈਂ ਇੱਕ ਵਾਰੀ ਇੱਥੇ ਦੱਸਣਾ ਚਾਹੂੰਗਾ ਕਿ ਰਿਮੈਂਬਰਿੰਗ ਵਾਲੇ ਉਹ ਕੁਐਸਚਨ ਨੇ ਜਿਨ੍ਹਾਂ ਨੂੰ ਤੁਸੀਂ ਸਿੱਧਾ ਯਾਦ ਕਰਨਾ ਹੁੰਦਾ। ਠੀਕ ਹੈ ਵੀ ਜੋ ਕੁਐਸਚਨ ਆ ਗਿਆ ਬਸ ਉਹ ਆਪਾਂ ਯਾਦ ਹੀ ਕਰਨਾਗਾ, ਉਹਦਾ ਕੋਈ ਹੱਲ ਨਹੀਂ। ਇਸ ਤੋਂ ਬਾਅਦ ਦੂਸਰੇ ਜੋ ਲੈਵਲ ਹੁੰਦਾ ਉਹ ਹੁੰਦਾ ਅੰਡਰਸਟੈਂਡਿੰਗ। ਅੰਡਰਸਟੈਂਡਿੰਗ ਦੇ ਵਿੱਚ ਉਹ ਕੁਐਸਚਨ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਡਰਸਟੈਂਡ ਕਰਕੇ ਸਮਝਣਾ ਪੈਂਦਾਗਾ ਜਾਂ ਦੱਸਣਾ ਪੈਂਦਾ ਵੀ ਇਹ ਕਿਵੇਂ ਦੀ ਚੀਜ਼ ਆ। ਠੀਕ ਹੈ, ਤਾਂ ਤੀਸਰਾ ਆ ਜਾਂਦੇ ਨੇ ਅਪਲਾਈਡ। ਅਪਲਾਈਡ ਦੇ ਮਤਲਬ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਜਾਂ ਕਿਵੇਂ ਤੁਹਾਡੀ ਲਾਈਫ ਦੇ ਨਾਲ ਕੋਰਿਲੇਟ ਕਰਦੇ ਨੇ, ਉਹ ਕੁਐਸਚਨ ਆ ਜਾਂਦੇ ਨੇ। ਹੁਣ ਇੱਥੇ ਕੁਐਸਚਨ ਸਭ ਤੋਂ ਮੇਨ ਇਹ ਉੱਠ ਰਿਹਾ ਕਿ ਇਹ ਕੁਐਸਚਨ ਆਪਾਂ ਯਾਦ ਕਿਵੇਂ ਕਰੀਏ ਜਾਂ ਇਹਨਾਂ ਦੀ ਤਿਆਰੀ ਕਿਵੇਂ ਕਰੀਏ। ਤਾਂ ਇਸ ਦੀ ਤਿਆਰੀ ਕਰਨ ਦਾ ਇੱਕ ਬੈਸਟ ਵੇ ਹੈਗਾ ਜੋ ਹੈਗੇ ਨੇ ਰਿਮੈਂਬਰਿੰਗ ਵਾਲੇ ਕੁਐਸਚਨ। ਠੀਕ ਹੈ, ਹੁਣ ਉਹ ਕਿਵੇਂ ਯਾਦ ਹੋਣਗੇ? ਤਾਂ ਉਹਨਾਂ ਨੂੰ ਯਾਦ ਕਰਨ ਦਾ ਹੱਲ ਇਹ ਆ, ਕੋਈ ਵੀ ਕੁਐਸਚਨ ਆ ਉਸ ਦਾ ਕੁਇਜ਼ ਆ। ਤਾਂ ਜਦੋਂ ਵੀ ਤੁਸੀਂ ਉਹ ਕੁਐਸਚਨਾਂ ਨੂੰ ਯਾਦ ਕਰ ਰਹੇ ਹੋ ਤਾਂ ਯਾਦ ਕਰਨ ਦੇ ਟਾਈਮ ਤੁਸੀਂ ਦੇਖਦੇ ਹੋ ਕਿ ਜਾਂ ਤਾਂ ਬੁੱਕ ਦੇ ਪਿੱਛੇ ਦਿੱਤੇ ਹੁੰਦੇ ਨੇ MCQ ਮਲਟੀਪਲ ਚੋਇਸ ਕੁਐਸਚਨ, ਜਾਂ ਕਹਿ ਲਓ ਜਿਨ੍ਹਾਂ ਦੀਆਂ 4 ਆਪਸ਼ਨਸ ਹੁੰਦੀਆਂ ਨੇ ਉਹ। ਤਾਂ ਆਪਾਂ ਕੀ ਕਰਦੇ ਆ, ਕੁਐਸਚਨ ਪੜ੍ਹਨ ਦੇ ਨਾਲ ਹੀ ਉਸ ਬੁੱਕ ਦੇ ਵਿੱਚੋਂ ਉਸ ਦਾ ਆਨਸਰ ਲੱਭਣਾ ਸ਼ੁਰੂ ਕਰ ਦਿੰਦੇ ਆ। ਜਾਂ ਜੇ ਕੋਈ ਤੁਸੀਂ ਹੈਲਪ ਬੁੱਕ ਲੈ ਰਹੇ ਹੋ ਤਾਂ ਉਸ ਦੇ ਵਿੱਚੋਂ ਸਿੱਧਾ ਉਸ ਦਾ ਆਨਸਰ ਦੇਖੋਗੇ, ਪਰ ਇਹ ਗਲਤ ਆ। ਤੁਸੀਂ ਇੱਕ ਵਾਰੀ ਖੁਦ ਕੋਸ਼ਿਸ਼ ਕਰੋ ਵੀ ਇਸ ਦਾ ਆਨਸਰ ਕੀ ਹੋਊਗਾ। ਹੋ ਸਕਦਾ ਤੁਹਾਡਾ ਆਨਸਰ ਹੈ ਜੋ ਗਲਤ ਨਿਕਲਿਆ ਹੋਵੇ ਤਾਂ ਕੋਈ ਚੱਕਰ ਨਹੀਂ, ਪਰ ਤੁਸੀਂ ਉੱਥੇ ਕਿਤੇ ਨਾ ਕਿਤੇ ਉਹ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਜੂ ਕਿ ਇਸ ਕੁਐਸਚਨ ਦਾ ਮੈਂ ਆਨਸਰ ਲਾਇਆ ਸੀ ਤੇ ਇਹ ਆਨਸਰ ਇਹਦਾ ਗਲਤ ਆ। ਉਸ ਤੋਂ ਬਾਅਦ ਤੁਸੀਂ ਦੁਬਾਰਾ ਫੇਰ ਕੋਸ਼ਿਸ਼ ਕਰੋ ਕਿ ਸ਼ਾਇਦ ਇਹ ਹੋਵੇ। ਠੀਕ ਹੈ, ਜਦੋਂ ਤੁਸੀਂ ਆਨਸਰ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਚਲੋ ਦੇਖਿਆ ਵੀ ਮੇਰਾ ਆਨਸਰ ਇਹ ਹੈ, ਤੁਹਾਨੂੰ ਆਨਸਰ ਯਾਦ ਹੋ ਗਿਆ। ਤਾਂ ਜਦੋਂ ਕਦੇ ਤੁਸੀਂ ਦੁਬਾਰਾ ਉਸ ਨੂੰ ਰਿਵਾਈਜ਼ ਕਰੋਗੇ ਤੇ ਤੁਸੀਂ ਉਹੀ ਦੁਬਾਰਾ ਆਪਸ਼ਨਸ ਦੇਖੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਆਪ ਯਾਦ ਆਊ ਕਿ ਉਸ ਦਿਨ ਮੈਂ ਇਸ ਕੁਐਸਚਨ ਦਾ ਆਪਸ਼ਨ ਬੋਲੀ ਸੀ ਤੇ ਇਹ ਮੇਰੀ ਗਲਤ ਸੀਗੀ, ਤਾਂ ਇਹਦਾ ਸਹੀ ਆਨਸਰ ਆਹ ਨਿਕਲਿਆ ਸੀ। ਇਹ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਕੋਰਿਲੇਟ ਕਰਕੇ ਯਾਦ ਕਰਦੇ ਹਾਂ। ਇਸ ਦੀ ਇੱਕ ਮੈਂ ਵਧੀਆ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਕਿ ਜੇਕਰ ਹੁਣ ਤੁਹਾਨੂੰ ਅਸੀਂ ਪੁੱਛੀਏ ਕਿ ਤੁਸੀਂ ਇੱਕ ਹਫ਼ਤਾ ਪਹਿਲਾਂ ਕੀ ਖਾਧਾ ਸੀ, ਤੁਹਾਨੂੰ ਯਾਦ ਨਹੀਂ ਹੋਣਾ ਕੀ ਖਾਧਾ ਸੀ। ਤੁਸੀਂ ਇਹ ਦੱਸੋ ਵੀ ਉਸ ਦਿਨ ਕਿਹੜੇ ਕੱਪੜੇ ਪਹਿਨੇ ਸੀ, ਤਾਂ ਹੋ ਸਕਦਾ ਤੁਹਾਨੂੰ ਨਾ ਯਾਦ ਹੋਣ। ਪਰ ਜੇ ਇਹੀ ਮੈਂ ਤੁਹਾਨੂੰ ਇਹ ਪੁੱਛਾਂ ਕਿ ਅੱਜ ਤੋਂ 1 ਸਾਲ ਪਹਿਲਾਂ ਜਦੋਂ ਤੁਸੀਂ ਆਪਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ ਜਾਂ ਤੁਸੀਂ ਆਪਦਾ ਬਰਥਡੇ ਮਨਾਇਆ ਸੀ, ਉਸ ਦਿਨ ਕਿਹੜੇ ਕੱਪੜੇ ਪਹਿਨੇ ਸੀ, ਤਾਂ ਤੁਹਾਡੇ ਯਾਦ ਹੋਣਗੇ। ਠੀਕ ਹੈ, ਤੁਸੀਂ ਦੇਖਿਆ ਵੀ ਉਹ ਆਮ ਤੌਰ ਤੇ ਹੁੰਦਾ ਹੀ ਆ ਕਿ ਲੇਡੀਜ਼ ਵਗੈਰਾ ਹੁੰਦੀਆਂ ਨੇ ਜਦੋਂ ਉਹਨਾਂ ਨੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਹੁੰਦਾ ਹਨਾ, ਤੁਹਾਡੇ ਘਰਾਂ ਦੇ ਵਿੱਚ ਵੀ ਹੋਣਗੀਆਂ, ਜਦੋਂ ਉਹਨਾਂ ਨੇ ਕਿਤੇ ਜਾਣਾ ਹੁੰਦਾ ਬਾਹਰ ਤਿਆਰ ਹੋਣ ਦੇ ਲਈ ਤਾਂ ਉਹ ਕਰਨ ਲੱਗ ਜਾਂਦੀਆਂ ਇਹ ਸੂਟ ਤਾਂ ਮੈਂ ਪਹਿਲਾਂ ਪਾਇਆ ਹੋਇਆਗਾ। ਕਿਉਂ? ਕਿਉਂਕਿ ਉਹਨਾਂ ਦੇ ਉਹ ਚੀਜ਼ ਯਾਦ ਰਹਿ ਜਾਂਦੀ ਹੈ। ਪਰ ਦੇਖੋ ਤੁਸੀਂ ਇਹ ਦੇਖੋ, ਜੇ ਉਹੀ ਤੁਸੀਂ ਉਹਨਾਂ ਨੇ 1 ਮਹੀਨਾ ਪਹਿਲਾਂ ਪੁੱਛ ਲਓ ਕਿ ਤੁਸੀਂ ਉਸ ਦਿਨ ਕਿਹੜਾ ਪਾਇਆ ਸੀ, ਉਹ ਹੋ ਸਕਦਾ ਉਹਨਾਂ ਦੇ ਨਾ ਯਾਦ ਹੋਵੇ, ਪਰ 1 ਸਾਲ ਪਹਿਲਾਂ ਕਿਹੜਾ ਪਾਇਆ ਸੀ ਉਹ ਯਾਦ ਆ। ਕਿਉਂ ਯਾਦ ਆ? ਕਿਉਂਕਿ ਉਸ ਚੀਜ਼ ਦੇ ਨਾਲ ਇੱਕ ਖਾਸ ਚੀਜ਼ ਜੁੜ ਗਈ। ਕੀ ਜੁੜ ਗਈ? ਵੀ ਉਸ ਦਿਨ ਕੀ ਸੀ, ਜਾਂ ਤਾਂ ਕੋਈ ਪਾਰਟੀ ਸੀ, ਬਰਥਡੇ ਸੀ ਜਾਂ ਕੋਈ ਪ੍ਰੋਗਰਾਮ ਸੀ। ਤੇ ਇਵੇਂ ਸਟੱਡੀ ਆ। ਤੁਸੀਂ ਉਸ ਕੁਐਸਚਨਾਂ ਨੂੰ ਯਾਦ ਕਿਵੇਂ ਕਰੋਗੇ? ਜਦੋਂ ਤੁਸੀਂ ਉਸ ਚੀਜ਼ ਨੂੰ ਕਿਸੇ ਚੀਜ਼ ਦੇ ਨਾਲ ਕੋਰਿਲੇਟ ਕਰੋਗੇ। ਕੋਰਿਲੇਟ ਦਾ ਸਭ ਤੋਂ ਬੈਸਟ ਵੇ ਇਹੀ ਹੁੰਦਾ ਕਿ ਜਦੋਂ ਤੁਸੀਂ ਗਲਤ ਕਰੋਗੇ ਤਾਂ ਗਲਤ ਤੇ ਤੁਹਾਡੇ ਆਪਣੇ ਆਪ ਹੀ ਦਿਮਾਗ ਦੇ ਵਿੱਚ ਯਾਦ ਰਹੂ ਵੀ ਹਾਂ ਮੇਰੀ ਉਸ ਦਿਨ ਇਹ ਆਪਸ਼ਨ ਗਲਤ ਸੀ, ਮੈਂ ਇਹ ਆਪਸ਼ਨ ਬੋਲੀ ਸੀ ਤੇ ਉਹ ਮੇਰੀ ਗਲਤ ਸੀ, ਇਸ ਦਾ ਸਹੀ ਆਨਸਰ ਇਹ ਆ। ਤੁਸੀਂ ਗਲਤੀਆਂ ਕਰੋਗੇ, ਭੁੱਲੋਗੇ, ਫਿਰ ਦੁਬਾਰਾ ਕੀ ਹੋਊਗਾ, ਜਦੋਂ ਯਤਨ ਕਰੋਗੇ ਤਾਂ ਆਪਣੇ ਆਪ ਕੀ ਹੋਊਗਾ, ਸਹੀ ਕਰਨ ਲੱਗ ਜਾਓਗੇ। ਤਾਂ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅੰਡਰਸਟੈਂਡਿੰਗ ਵਾਲੇ ਕੁਐਸਚਨਾਂ ਦੀ। ਤਾਂ ਅੰਡਰਸਟੈਂਡਿੰਗ ਵਾਲੇ ਕੁਐਸਚਨਾਂ ਦੀ ਤੁਸੀਂ ਤਿਆਰੀ ਕਿਵੇਂ ਕਰਨੀ ਹੈ? ਤਾਂ ਉਹਨਾਂ ਨੂੰ ਤਿਆਰ ਕਰਨ ਦੇ ਲਈ ਇੱਥੇ ਤੁਸੀਂ ਕੁਝ ਦੇ ਉੱਤੋਂ ਪ੍ਰੈਕਟਿਸ ਨਹੀਂ ਕਰ ਸਕਦੇ। ਜੇ ਤੁਸੀਂ ਕਹੋ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਰਿਮੈਂਬਰਿੰਗ ਵਾਲਿਆਂ ਦੀ, ਕੋਈ ਰਿਮੈਂਬਰਿੰਗ ਤੋਂ ਪ੍ਰੈਕਟਿਸ ਕਰੀ ਜਾਓਗੇ, ਚਲੋ ਗਲਤ ਹੋ ਗਿਆ ਦੁਬਾਰਾ ਯਾਦ ਕਰ ਲਓਗੇ ਹਨਾ, ਤਾਂ ਤੁਹਾਡੇ ਉਹ ਆਨਸਰ ਯਾਦ ਹੋ ਜਾਣਗੇ। ਪਰ ਅੰਡਰਸਟੈਂਡਿੰਗ ਦੇ ਵਿੱਚ ਇਹ ਫਾਰਮੂਲਾ ਅਪਲਾਈ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਉਸ ਦੇ ਪਿੱਛੇ ਕਾਰਨ ਇਹ ਹੈ ਕਿ ਮੰਨ ਲਓ ਤੁਸੀਂ ਇੱਕ ਕੁਇਜ਼ ਦੇ ਵਿੱਚੋਂ ਕੋਈ ਵੀ ਕੁਐਸਚਨ ਯਾਦ ਕਰ ਲਿਆ, ਪਰ ਕੀ ਹੋਊਗਾ ਜੇ ਉੱਥੇ ਪੇਪਰ ਸੈੱਟ ਕਰਨ ਵਾਲੇ ਨੇ ਆਪਸ਼ਨ ਤੋਂ ਹੀ ਕੁਐਸਚਨ ਬਣਾਤਾ, ਤਾਂ ਜਦੋਂ ਆਪਸ਼ਨ ਤੋਂ ਕੁਐਸਚਨ ਬਣਾਤਾ ਤਾਂ ਤੁਹਾਨੂੰ ਉੱਥੇ ਇਹ ਚੀਜ਼ ਸੋਲਵ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਊਗੀ। ਤਾਂ ਇਸ ਦੇ ਲਈ ਬੈਸਟ ਵੇ ਇਹ ਆ ਕਿ ਤੁਸੀਂ ਜਿੰਨੇ ਵੀ ਤੁਹਾਡੇ ਚੈਪਟਰ ਨੇਗੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝੋ। ਠੀਕ ਹੈ, ਤਾਂ ਉਸ ਚੈਪਟਰਾਂ ਨੂੰ ਪੂਰੀ ਤਰ੍ਹਾਂ ਜਦੋਂ ਪ੍ਰੋਪਰ ਪੜ੍ਹੋਗੇ, ਸਮਝੋਗੇ, ਤਾਂ ਉਸ ਦੇ ਤੁਹਾਨੂੰ 2 ਬੈਨੀਫਿਟ ਹੋਣਗੇ। ਇੱਕ ਤਾਂ ਤੁਹਾਡੀ PAS ਦੀ ਤਿਆਰੀ ਹੋ ਜੂਗੀ। ਦੂਸਰੀ ਚੀਜ਼ ਕੀ ਹੋਊਗੀ ਕਿ ਜਦੋਂ ਵੀ ਤੁਹਾਡੇ ਅੱਗੇ ਟੈਸਟ ਹੋਣਗੇ ਜਾਂ ਕਹਿ ਲਓ ਐਨੂਅਲ ਪੇਪਰ ਹੋਣਗੇ ਤਾਂ ਤੁਹਾਨੂੰ ਉੱਥੇ ਉਹ ਚੈਪਟਰ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ, ਕਿਉਂਕਿ ਤੁਹਾਨੂੰ ਉਹ ਆਪਣੇ ਆਪ ਹੀ ਸਮਝ ਆ ਚੁੱਕੇ ਹੋਣਗੇ। ਤੁਸੀਂ ਉਹਨਾਂ ਕੁਐਸਚਨਸ ਦੇ ਆਨਸਰ ਆਪਣੇ ਆਪ ਬਣਾਉਣਾ ਸਿੱਖ ਲਓਗੇ। ਹੁਣ ਇਸ ਤੋਂ ਬਾਅਦ ਆ ਗਿਆ ਤੀਸਰਾ ਕੁਐਸਚਨ ਆ ਗਿਆ ਅਪਲਾਈਡ। ਹੁਣ ਅਪਲਾਈਡ ਵਾਲੇ ਕੁਐਸਚਨਾਂ ਦੀ ਪ੍ਰੈਕਟਿਸ ਕਿਵੇਂ ਕਰਨੀ ਆ? ਅਪਲਾਈਡ ਵਾਲੇ ਕੁਐਸਚਨਾਂ ਦੀ ਪ੍ਰੈਕਟਿਸ ਤੁਹਾਨੂੰ ਕਰਨੀ ਪਊਗੀ ਇਹਨਾਂ ਦੇ ਜੋ ਪੁਰਾਣੇ ਪੇਪਰਸ ਨੇ ਉਹਨਾਂ ਨੂੰ ਦੇਖ ਕੇ।
ਕਿਉਂਕਿ ਉੱਥੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਪੇਪਰ ਸੈੱਟ ਕਰਨ ਵਾਲਾ ਜਿਹੜੇ ਅਪਲਾਈਡ ਕੁਐਸਚਨ ਪਾਉਂਦਾ ਗਾ ਉਹ ਕਿਹੜੇ ਕਨਸੈਪਟ 'ਚੋਂ ਪਾ ਸਕਦਾ ਗਾ ਅਤੇ ਉਹ ਕਿਵੇਂ ਦੇ ਕੁਐਸਚਨ ਪਾਉਂਦੇ ਨੇ। ਤਾਂ ਉੱਥੋਂ ਜਦੋਂ ਤੁਸੀਂ ਦੇਖਦੇ ਰਹੋਗੇ ਕਿ ਆਹ ਅਪਲਾਈਡ ਆ, ਪਹਿਲਾਂ ਤਾਂ ਤੁਹਾਨੂੰ ਪਛਾਣ ਹੋਣੀ ਚਾਹੀਦੀ ਹੈ ਕਿ ਅਪਲਾਈਡ ਵਾਲੇ ਕੁਐਸਚਨ ਹੁੰਦੇ ਕਿਵੇਂ ਦੇ ਨੇ। ਅਪਲਾਈਡ ਵਾਲੇ ਕੁਐਸਚਨ ਦੀ ਇੱਕ ਨਿਸ਼ਾਨੀ ਆ, ਜਦੋਂ ਵੀ ਤੁਹਾਨੂੰ ਅਪਲਾਈਡ ਵਾਲਾ ਕੁਐਸਚਨ ਪੁੱਛਿਆ ਜਾਊ ਉੱਥੇ ਪੁੱਛਿਆ ਜਾਊ ਕਿ ਮੰਨ ਲਓ ਤੁਸੀਂ ਆਹ ਅੱਗੇ ਸਟੇਟਮੈਂਟ ਬਣਾਈ ਹੋਊ। ਜਦੋਂ ਉਹਨਾਂ ਨੇ ਕਹਿਤਾ ਵੀ ਮੰਨ ਲਓ ਤੁਸੀਂ ਆਹ ਕੁਛ ਕਰ ਰਹੇ ਹੋ ਜਾਂ ਇੱਥੇ ਜਾ ਰਹੇ ਹੋ, ਤਾਂ ਜਦੋਂ ਤੁਹਾਡੇ ਤੇ ਉਹਨਾਂ ਨੇ ਮਤਲਬ ਲਾ ਕੇ ਗੱਲ ਕਰ ਲਈ ਤਾਂ ਇਹਦਾ ਮਤਲਬ ਸਮਝ ਜਾਓ ਕਿ ਉਹ ਕੁਐਸਚਨ ਆ ਅਪਲਾਈਡ ਵਾਲਾ ਗਾ ਤੇ ਉਹਦਾ ਜਵਾਬ ਤੁਸੀਂ ਆਪਣੇ ਦੇ ਉੱਤੇ ਲਾਗੂ ਕਰਕੇ ਦੇਣਾ। ਤਾਂ ਇਸ ਦੇ ਲਈ ਕੀ ਹੈਗਾ, ਤੁਸੀਂ ਤਿਆਰੀ ਕਿਵੇਂ ਕਰਨੀ ਆ, ਪੁਰਾਣੇ ਕੁਐਸਚਨ ਪੇਪਰਸ ਚੱਕੋ ਤਾਂ ਉਹਨਾਂ ਕੁਐਸਚਨ ਪੇਪਰਸ ਨੂੰ ਚੰਗੀ ਤਰ੍ਹਾਂ ਦੇਖੋ ਕਿ ਉਹਨਾਂ ਦੇ ਵਿੱਚੋਂ ਕਿੱਥੇ ਕਿੱਥੇ ਲਿਖਿਆ ਕਿ ਮੰਨ ਲਓ ਤੁਸੀਂ ਇੱਥੇ ਜਾ ਰਹੇ ਹੋ, ਜਾਂ ਕਿਸੇ ਬੰਦੇ ਦਾ ਨਾਮ ਵੀ ਲਿਖ ਕੇ ਕਰ ਸਕਦੇ ਨੇ, ਮੰਨ ਲਓ ਰਾਮ ਐਵੇਂ ਕਰ ਰਿਹਾ ਤਾਂ ਇਹ ਕੀ ਹੋਊਗਾ, ਜਾਂ ਕੋਈ ਵੀ ਚੀਜ਼ ਆ, ਠੀਕ ਹੈ। ਤਾਂ ਉੱਥੋਂ ਤੁਸੀਂ ਉਹ ਚੀਜ਼ਾਂ ਨੂੰ ਦੇਖ ਸਕਦੇ ਹੋ ਕਿਉਂਕਿ ਉੱਥੇ ਇਮੈਜੀਨੇਸ਼ਨ ਕ੍ਰੀਏਟ ਕੀਤੀ ਹੁੰਦੀ ਹੈਗੀ। ਤਾਂ ਉੱਥੋਂ ਤੁਸੀਂ ਸਮਝ ਜਾਓਗੇ ਕਿ ਅਪਲਾਈਡ ਵਾਲਾ ਕੁਐਸਚਨ ਆ ਇਹ ਜਾਂ ਤਾਂ ਸਾਡੀ ਸੁਸਾਇਟੀ ਦੇ ਵਿੱਚ ਕਿਸੇ ਬਾਰੇ ਗੱਲ ਕਰ ਰਹੀ ਹੈ ਜਾਂ ਸਾਡੇ ਤੇ ਲਾ ਕੇ ਗੱਲ ਕਰ ਰਹੇ ਆ। ਤਾਂ ਉੱਥੋਂ ਉਹੇ ਜਿਹੇ ਕੁਐਸਚਨ ਲੱਭੋ ਤੇ ਇਹ ਦੇਖੋ ਕਿ ਉਹ ਕਿਹੜੇ ਕਿਹੜੇ ਕਨਸੈਪਟ ਦੇ ਵਿੱਚੋਂ ਕਿਹੜੇ ਟੌਪਿਕਾਂ ਦੇ ਵਿੱਚੋਂ ਆਏ ਨੇ। ਜਦੋਂ ਤੁਸੀਂ ਉਹ ਟੌਪਿਕਾਂ ਨੂੰ ਸਮਝ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਊਗਾ ਕਿ ਇਹ ਕਿਵੇਂ ਦੇ ਕੁਐਸਚਨ ਬਣਾ ਸਕਦੇ ਆ। ਅਗਲੀ ਵਾਰੀ ਹੋ ਸਕਦਾ ਪੇਪਰ ਸੈੱਟ ਕਰਨ ਵਾਲਾ ਉਹਨਾਂ ਆਪਸ਼ਨ ਦੇ ਵਿੱਚੋਂ ਹੀ ਕੁਐਸਚਨ ਬਣਾ ਲਈ ਜੋ ਉਹਨੇ ਆਪਸ਼ਨਸ ਦਿੱਤੀਆਂ ਹੁੰਦੀਆਂ ਨੇ। ਤਾਂ ਤੁਹਾਨੂੰ ਉੱਥੇ ਜੇ ਤੁਹਾਨੂੰ ਕਨਸੈਪਟ ਆਉਂਦਾ ਤੇ ਤੁਸੀਂ ਉਹ ਕਨਸੈਪਟ ਕਲੀਅਰ ਹੈਗਾ ਤਾਂ ਤੁਹਾਨੂੰ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਉਸ ਕੁਐਸਚਨ ਨੂੰ ਸੋਲਵ ਕਰਨ ਲਈ। ਤਾਂ ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਗਿਆ ਹੋਊ ਕਿ ਅਸੀਂ PAS ਦੀ ਤਿਆਰੀ ਕਿਵੇਂ ਕਰਨੀ ਆ। ਮੇਰੇ ਵੱਲੋਂ ਬੈਸਟ ਵਿਸ਼ੇਜ਼ ਨੇ, ਤੁਸੀਂ ਤਿਆਰੀ ਆਪਣੀ ਕਰੋ। ਤਾਂ ਜਦੋਂ ਵੀ ਆਪਣਾ ਪੰਜਾਬ ਅਚੀਵਮੈਂਟ ਸਰਵੇ ਦਾ ਫਾਈਨਲ ਟੈਸਟ ਹੁੰਦਾ ਤਾਂ ਤੁਸੀਂ ਉਸ ਦੇ ਵਿੱਚ ਬਹੁਤ ਵਧੀਆ ਪਰਫੋਰਮੈਂਸ ਕਰੋ। ਥੈਂਕ ਯੂ।